ਮੇਰੀ ਮਾਂ ਦੇਖਣ ਵਿੱਚ ਬਹੁਤ ਹੀ ਖੂਬਸੂਰਤ ਸੀ। ਮੇਰੀ ਮਾਂ ਦਾ ਵਿਆਹ ਬਹੁਤ ਹੀ ਘੱਟ ਉਮਰ ਵਿੱਚ ਹੋ ਗਿਆ ਸੀ। ਵਿਆਹ ਤੋਂ 1 ਸਾਲ ਬਾਅਦ ਹੀ ਮੈਂ ਉਹਨਾਂ ਦੀ ਗੋਦ ਵਿੱਚ ਆ ਗਈ ਸੀ। ਇਸ ਲਈ ਸਾਡੀ ਉਮਰ ਵਿੱਚ 17-18 ਸਾਲ ਦਾ ਹੀ ਫਰਕ ਸੀ। ਮੇਰੀ ਮਾਂ ਜ਼ਿਆਦਾ ਖੂਬਸੂਰਤ ਹੋਣ ਕਰਕੇ ਉਸ ਦੀ ਉਮਰ ਦਾ ਇੰਨਾ ਪਤਾ ਨਹੀਂ ਲੱਗਦਾ ਸੀ। ਇਸ ਲਈ ਅਸੀਂ ਦੇਖਣ ਵਿੱਚ ਦੋਨੇ ਭੈਣਾਂ ਹੀ ਲੱਗਦੀਆਂ ਸੀ। ਪਰ ਅਚਾਨਕ ਇੱਕ ਦਿਨ ਮੇਰੀ ਮਾਂ ਨੇ ਮੈਨੂੰ ਆਪਣਾ ਫੈਸਲਾ ਸੁਣਾਇਆ। ਮੈਂ ਉਹਨਾਂ ਦੇ ਫੈਸਲੇ 'ਤੇ ਭੜਕ ਉੱਠੀ। ਮੈਂ ਕਿਹਾ, ਕੀ ਹੋ ਗਿਆ ਮਾਂ ਤੁਹਾਨੂੰ? ਤੁਸੀਂ ਖੁਦ ਵੀ ਤਮਾਸ਼ਾ ਬਣੋਗੇ ਤੇ ਮੇਰਾ ਵੀ ਤਮਾਸ਼ਾ ਬਣਾਓਗੇ। ਮੇਰੀ ਮਾਂ ਮੈਨੂੰ ਕਹਿਣ ਲੱਗੀ ਕਿ ਇਸ ਵਿੱਚ ਤਮਾਸ਼ੇ ਵਾਲੀ ਕਿਹੜੀ ਗੱਲ ਹੈ? ਮੈਂ ਕਿਹੜਾ ਕੋਈ ਗਲਤ ਕੰਮ ਕਰ ਰਹੀ ਹਾਂ? ਮੈਂ ਮਾਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਮਾਂ, ਉਹ ਤਾਂ ਸਭ ਠੀਕ ਹੈ, ਪਰ ਆਸ-ਪਾਸ ਦੇ ਲੋਕ ਕੀ ਕਹਿਣਗੇ? ਮਾਂ ਨੇ ਕਿਹਾ ਕਿ ਉਹਨਾਂ ਨੂੰ ਸਾਡੇ ਮਾਮਲੇ ਵਿੱਚ ਕੁਝ ਵੀ ਕਹਿਣ ਦਾ ਕੋਈ ਹੱਕ ਨਹੀਂ ਹੈ, ਕਿਉਂਕਿ ਅਸੀਂ ਕਿਸੇ ਦੇ ਮੁਹਤਾਜ ਨਹੀਂ ਹਾਂ। ਤੇਰੇ ਪਾਪਾ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਮੈਂ ਕਿਵੇਂ ਆਪਣੀ ਜ਼ਿੰਦਗੀ ਕੱਟੀ ਹੈ, ਇਹ ਮੈਂ ਹੀ ਜਾਣਦੀ ਹਾਂ। ਕੋਈ ਮੇਰੀ ਮਦਦ ਕਰਨ ਨਹੀਂ ਆਇਆ। ਮੈਂ ਛੋਟੀ ਜਿਹੀ ਬੱਚੀ ਨੂੰ ਲੈ ਕੇ ਇਕੱਲੀ ਔਰਤ ਕਿਵੇਂ ਜੀ ਰਹੀ ਸੀ, ਇਹ ਮੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਜਾਣਦਾ। ਪਰ ਬੇਟਾ, ਤੈਨੂੰ ਤਾਂ ਮੇਰੀ ਗੱਲ ਸਮਝਣੀ ਚਾਹੀਦੀ ਹੈ। ਪੂਰੀ ਦੁਨੀਆ ਚਾਹੇ ਸਮਝੇ ਜਾਂ ਨਾ ਸਮਝੇ। ਦਰਅਸਲ ਮੇਰੀ ਮਾਂ ਨੇ ਆਪਣੇ ਦੂਜੇ ਵਿਆਹ ਦਾ ਇਰਾਦਾ ਮੈਨੂੰ ਦੱਸਿਆ ਸੀ। ਜਦੋਂ ਮੈਂ ਛੋਟੀ ਸੀ ਤਾਂ ਮੇਰੇ ਪਿਤਾ ਜੀ ਇੱਕ ਐਕਸੀਡੈਂਟ ਵਿੱਚ ਮਾਰੇ ਗਏ ਸੀ। ਮੇਰੇ ਪਾਪਾ ਦੇ ਗੁਜ਼ਰ ਜਾਣ ਤੋਂ ਬਾਅਦ ਸਾਡਾ ਕਿਸੇ ਨੇ ਵੀ ਸਾਥ ਨਹੀਂ ਦਿੱਤਾ, ਨਾ ਕਿਸੇ ਰਿਸ਼ਤੇਦਾਰ ਨੇ ਤੇ ਨਾ ਹੀ ਸਾਡੇ ਆਪਣਿਆਂ ਨੇ। ਮੇਰੀ ਦਾਦੀ ਨੇ ਸਾਨੂੰ ਘਰ ਤੋਂ ਕੱਢ ਦਿੱਤਾ। ਮੇਰੀ ਮਾਂ ਮੈਨੂੰ ਲੈ ਕੇ ਇੱਕ ਕਿਰਾਏ ਦੇ ਮਕਾਨ 'ਤੇ ਰਹਿਣ ਲੱਗੀ ਤੇ ਮੇਰੀ ਪਰਵਰਿਸ਼ ਕਰਨ ਦੇ ਲਈ ਇੱਕ ਛੋਟੇ ਜਿਹੇ ਸਕੂਲ ਵਿੱਚ ਟੀਚਰ ਲੱਗ ਗਈ। ਮੇਰੀ ਮਾਂ ਨੇ ਮੇਰੇ ਲਈ ਮਾਂ ਅਤੇ ਬਾਪ ਦੋਨਾਂ ਦਾ ਫਰਜ਼ ਅਦਾ ਕੀਤਾ। ਇਹ ਕਹਿਣਾ ਬਿਲਕੁਲ ਗਲਤ ਨਹੀਂ ਹੋਵੇਗਾ ਕਿ ਮੇਰੀ ਮਾਂ ਨੇ ਮੈਨੂੰ ਪਾਲਣ ਦੇ ਲਈ ਆਪਣੀ ਪੂਰੀ ਜਵਾਨੀ ਕੁਰਬਾਨ ਕਰ ਦਿੱਤੀ। ਹੁਣ ਮੇਰੀ ਉਮਰ 17 ਸਾਲ ਦੀ ਸੀ ਤੇ ਮੇਰੀ ਮਾਂ ਦੀ ਉਮਰ 35 ਸਾਲ ਹੋਵੇਗੀ। ਦੂਸਰਾ ਵਿਆਹ ਕਰਾਉਣਾ ਮੇਰੀ ਮਾਂ ਦਾ ਕੋਈ ਗਲਤ ਫੈਸਲਾ ਨਹੀਂ ਸੀ, ਪਰ ਪਤਾ ਨਹੀਂ ਮੈਨੂੰ ਇਹ ਕਿਉਂ ਗਲਤ ਲੱਗ ਰਿਹਾ ਸੀ। ਮੈਨੂੰ ਇਹ ਠੀਕ ਨਹੀਂ ਲੱਗ ਰਿਹਾ ਸੀ। ਮੈਂ ਮਾਂ ਨੂੰ ਬਹੁਤ ਸਮਝਾਇਆ ਕਿ ਮਾਂ, ਜੇ ਤੂੰ ਦੂਸਰਾ ਵਿਆਹ ਕਰੇਂਗੀ ਤਾਂ ਲੋਕ ਇਹੀ ਕਹਿਣਗੇ ਕਿ ਜਵਾਨ ਕੁੜੀ ਘਰ ਵਿੱਚ ਹੈ ਤੇ ਮਾਂ ਨੂੰ ਹੁਣ ਵਿਆਹ ਕਰਨ ਦੀ ਸੁੱਝ ਰਹੀ ਹੈ। ਮਾਂ ਨੇ ਮੈਨੂੰ ਕਿਹਾ ਕਿ ਬੇਟਾ, ਮੈਂ ਮੰਨਦੀ ਹਾਂ ਕਿ ਇੱਕ ਔਰਤ ਦਾ ਦੂਜਾ ਵਿਆਹ ਕਰਾਉਣਾ ਸਾਡੇ ਸਮਾਜ ਵਿੱਚ ਗਲਤ ਮੰਨਿਆ ਜਾਂਦਾ ਹੈ ਤੇ ਉਹ ਵੀ ਜਿਸ ਦੀ ਜਵਾਨ ਬੇਟੀ ਘਰ ਵਿੱਚ ਹੋਵੇ। ਪਰ ਬੇਟਾ, ਤੂੰ ਕਦੀ ਸੋਚਿਆ ਹੈ ਕਿ ਜਦ ਤੇਰਾ ਵਿਆਹ ਹੋ ਜਾਵੇਗਾ ਤਾਂ ਮੈਂ ਇਕੱਲੀ ਰਹਿ ਜਾਵਾਂਗੀ? ਮੈਂ ਕਿਸ ਦੇ ਸਹਾਰੇ ਜੀਵਾਂਗੀ? ਤੂੰ ਤਾਂ ਆਪਣੇ ਘਰ ਦੀ ਹੋ ਜਾਏਂਗੀ। ਤੇ ਇਹ ਵਿਆਹ ਮੈਂ ਆਪਣੀ ਖੁਦ ਦੀ ਖੁਸ਼ੀ ਲਈ ਹੀ ਨਹੀਂ ਕਰ ਰਹੀ, ਸਗੋਂ ਇਹ ਤੇਰੇ ਲਈ ਵੀ ਠੀਕ ਹੋਵੇਗਾ। ਮੈਂ ਮਾਂ ਨੂੰ ਗੁੱਸੇ ਨਾਲ ਕਿਹਾ ਕਿ ਮਾਂ, ਮੇਰੇ ਲਈ ਕੀ ਸਹੀ ਹੋਵੇਗਾ? ਮਾਂ ਨੇ ਮੈਨੂੰ ਸਮਝਾਉਂਦੇ ਹੋਏ ਕਿਹਾ ਕਿ ਬੇਟਾ, ਭਾਵੇਂ ਅੱਜ ਦੇ ਮਾਡਰਨ ਜ਼ਮਾਨੇ ਵਿੱਚ ਔਰਤ ਮਰਦਾਂ ਨੂੰ ਪਿੱਛੇ ਛੱਡ ਗਈ ਹੈ, ਪਰ ਜੇ ਸਹੀ ਤਰੀਕੇ ਨਾਲ ਦੇਖਿਆ ਜਾਵੇ ਤਾਂ ਔਰਤ ਦੀ ਜ਼ਿੰਦਗੀ ਵਿੱਚ ਇੱਕ ਮਰਦ ਦਾ ਹੋਣਾ ਬਹੁਤ ਅਹਿਮੀਅਤ ਰੱਖਦਾ ਹੈ। ਜਿਵੇਂ ਕਿ ਇੱਕ ਪਤਨੀ ਲਈ ਉਸ ਦਾ ਪਤੀ ਤੇ ਇੱਕ ਬੇਟੀ ਲਈ ਉਸ ਦਾ ਬਾਪ ਜਾਂ ਭਾਈ। ਪਰ ਸਾਡੇ ਘਰ ਵਿੱਚ ਨਾ ਤਾਂ ਬਾਪ ਹੈ ਤੇ ਨਾ ਹੀ ਭਾਈ। ਮੇਰੇ ਵਿਆਹ ਕਰਾਉਣ ਦੇ ਨਾਲ ਆਪਣੀ ਦੋਨਾਂ ਦੀ ਜ਼ਿੰਦਗੀ ਸਵਰ ਜਾਵੇਗੀ। ਮਾਂ ਮੈਨੂੰ ਭਾਵੇਂ ਕਿੰਨਾ ਵੀ ਸਮਝਾਉਂਦੀ, ਪਰ ਮੈਨੂੰ ਮਾਂ ਦੇ ਇਸ ਫੈਸਲੇ 'ਤੇ ਗੁੱਸਾ ਆ ਰਿਹਾ ਸੀ। ਪਰ ਨਾ ਚਾਹੁੰਦੇ ਹੋਏ ਵੀ ਮੈਨੂੰ ਆਪਣੀ ਮਾਂ ਦਾ ਇਹ ਫੈਸਲਾ ਮੰਨਣਾ ਪਿਆ, ਕਿਉਂਕਿ ਮੈਂ ਆਪਣੀ ਮਾਂ ਤੋਂ ਬੜੀ ਤਾਂ ਨਹੀਂ ਸੀ। ਮੇਰੀ ਮਾਂ ਇੱਕ ਸਮਝਦਾਰ ਔਰਤ ਸੀ। ਉਹ ਜੋ ਵੀ ਕਰ ਰਹੀ ਸੀ, ਸੋਚ ਸਮਝ ਕੇ ਹੀ ਕਰ ਰਹੀ ਸੀ। ਮੈਂ ਮਾਂ ਨੂੰ ਕਿਹਾ ਕਿ ਮੈਂ ਉਸ ਸ਼ਖਸ ਨਾਲ ਮਿਲਣਾ ਚਾਹੁੰਦੀ ਹਾਂ ਜੋ ਤੁਹਾਡੀ ਜ਼ਿੰਦਗੀ ਵਿੱਚ ਮੇਰੇ ਪਾਪਾ ਦੀ ਜਗ੍ਹਾ ਲੈ ਰਿਹਾ ਹੈ। ਕੁਝ ਦਿਨਾਂ ਬਾਅਦ ਮੇਰੀ ਮਾਂ ਨੇ ਮੈਨੂੰ ਉਸ ਸ਼ਖਸ ਨਾਲ ਮਿਲਾਇਆ ਜੋ ਕਿ ਮੇਰਾ ਬਾਪ ਬਣਨ ਵਾਲਾ ਸੀ। ਉਸ ਦਾ ਨਾਮ ਰਮੇਸ਼ ਸੀ। ਉਸ ਨੂੰ ਦੇਖ ਕੇ ਮੈਨੂੰ ਹੈਰਾਨੀ ਹੋਈ, ਕਿਉਂਕਿ ਉਹ ਮੇਰੀ ਮਾਂ ਤੋਂ 2-3 ਸਾਲ ਛੋਟਾ ਲੱਗ ਰਿਹਾ ਸੀ। ਮੇਰੀ ਮਾਂ ਦਾ ਇਸ ਰਮੇਸ਼ ਨਾਲ ਵਿਆਹ ਕਰਵਾਉਣਾ ਮੈਨੂੰ ਕੁਝ ਅਜੀਬ ਜਿਹਾ ਲੱਗ ਰਿਹਾ ਸੀ, ਜਿਸ ਤਰ੍ਹਾਂ ਕਿ ਇਹ ਆਦਮੀ ਮੇਰੀ ਮਾਂ ਨਾਲ ਵਿਆਹ ਕਿਸੇ ਸਾਜ਼ਿਸ਼ ਦੀ ਤਹਿਤ ਕਰ ਰਿਹਾ ਹੋਵੇ। ਪਰ ਰਮੇਸ਼ ਮੇਰੇ ਸਾਹਮਣੇ ਬੜੇ ਸਲੀਕੇ ਨਾਲ ਪੇਸ਼ ਆਇਆ ਤੇ ਉਸ ਨੇ ਮੇਰੇ ਨਾਲ ਬੜੇ ਚੰਗੇ ਤਰੀਕੇ ਨਾਲ ਗੱਲ ਕੀਤੀ। ਮੈਨੂੰ ਮੇਰੀ ਪੜ੍ਹਾਈ ਲਿਖਾਈ ਬਾਰੇ ਪੁੱਛਿਆ
ਮੇਰੇ ਮਨ ਵਿੱਚ ਆਇਆ ਕਿ ਮੈਂ ਇੱਕ ਵਾਰ ਉਸ ਨੂੰ ਪੁੱਛਾਂ ਕਿ ਉਹ ਮੇਰੀ ਮਾਂ ਨਾਲ ਵਿਆਹ ਕਿਉਂ ਕਰਵਾ ਰਿਹਾ ਹੈ, ਪਰ ਮੈਂ ਉਸ ਨੂੰ ਨਹੀਂ ਪੁੱਛਿਆ। ਉਸ ਦੇ ਜਾਣ ਤੋਂ ਬਾਅਦ ਮੇਰੀ ਮਾਂ ਨੇ ਮੇਰੀ ਰਾਏ ਲੈਣੀ ਚਾਹੀ। ਮੈਨੂੰ ਉਹਨਾਂ ਦਾ ਇਹ ਵਿਆਹ ਕਰਨ ਦਾ ਫੈਸਲਾ ਚੰਗਾ ਤਾਂ ਨਹੀਂ ਲੱਗਿਆ, ਪਰ ਮੈਂ ਨਾ ਚਾਹੁੰਦੇ ਹੋਏ ਵੀ ਉਹਨਾਂ ਨੂੰ ਹਾਂ ਕਰ ਦਿੱਤੀ। ਕੁਝ ਦਿਨਾਂ ਬਾਅਦ ਮੇਰੀ ਮਾਂ ਦਾ ਵਿਆਹ ਉਸ ਰਮੇਸ਼ ਨਾਲ ਹੋ ਗਿਆ। ਵਿਆਹ ਬਹੁਤ ਸਾਦਗੀ ਨਾਲ ਹੋਇਆ ਸੀ। ਸਿੱਧੀ ਜਿਹੀ ਗੱਲ ਹੈ ਕਿ ਸਾਡੇ ਵੱਲ ਤੋਂ ਤਾਂ ਮੇਰੇ ਸਿਵਾਏ ਹੋਰ ਕੋਈ ਨਹੀਂ ਸੀ, ਜਦ ਕਿ ਰਮੇਸ਼ ਦੇ ਵੱਲ ਤੋਂ ਉਸ ਦੇ ਕੁਝ ਦੋਸਤ ਆਏ ਸਨ। ਵਿਆਹ ਹੁੰਦੇ ਵਕਤ ਵੀ ਮੈਨੂੰ ਕੁਝ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ। ਅਗਲੀ ਸਵੇਰ ਮੈਂ ਦੇਰ ਤੱਕ ਸੁੱਤੀ ਰਹੀ। ਮੇਰਾ ਉੱਠਣ ਨੂੰ ਮਨ ਨਹੀਂ ਕਰ ਰਿਹਾ ਸੀ। ਥੋੜ੍ਹੀ ਦੇਰ ਬਾਅਦ ਮੇਰੀ ਮਾਂ ਮੇਰੇ ਕਮਰੇ ਵਿੱਚ ਆਈ ਤੇ ਮੈਨੂੰ ਉਠਾਉਣ ਲੱਗੀ। ਮੇਰੀ ਮਾਂ ਨੇ ਕਿਹਾ ਕਿ ਬੇਟਾ ਉੱਠ ਜਾ ਤੇ ਨਾਸ਼ਤਾ ਕਰ ਲੈ। ਮੈਂ ਮਾਂ ਨੂੰ ਕਿਹਾ ਕਿ ਮਾਂ, ਮੇਰਾ ਨਾਸ਼ਤਾ ਮੇਰੇ ਕਮਰੇ ਵਿੱਚ ਹੀ ਲੈ ਆਓ। ਮੇਰੀ ਮਾਂ ਨੇ ਕਿਹਾ ਕਿ ਇਹ ਕੀ ਗੱਲ ਹੋਈ, ਰਮੇਸ਼ ਵੀ ਤੇਰਾ ਨਾਸ਼ਤੇ ਦੇ ਲਈ ਇੰਤਜ਼ਾਰ ਕਰ ਰਹੇ ਹਨ। ਮੈਂ ਮਾਂ ਨੂੰ ਕਿਹਾ ਕਿ ਨਹੀਂ ਮਾਂ, ਮੈਂ ਉਸ ਆਦਮੀ ਦੇ ਸਾਹਮਣੇ ਨਹੀਂ ਜਾਣਾ। ਪਰ ਮੇਰੀ ਮਾਂ ਦੀ ਜਿੱਦ ਅੱਗੇ ਮੈਨੂੰ ਝੁਕਣਾ ਪਿਆ ਤੇ ਮੈਂ ਜਾ ਕੇ ਨਾਸ਼ਤੇ ਦੇ ਟੇਬਲ 'ਤੇ ਬੈਠ ਗਈ। ਰਮੇਸ਼ ਨੇ ਮੈਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਿਆ ਤੇ ਪੁੱਛਣ ਲੱਗਿਆ, ਕੀ ਹੋਇਆ ਮਾਨਸੀ, ਤੇਰੀ ਤਬੀਅਤ ਤਾਂ ਠੀਕ ਹੈ? ਮੈਂ ਉਸ ਨੂੰ ਕਿਹਾ ਕਿ ਹਾਂ, ਮੇਰੀ ਤਬੀਅਤ ਠੀਕ ਹੈ। ਕੀ ਤੂੰ ਮੇਰੇ ਤੋਂ ਨਾਰਾਜ਼ ਆਂ? ਉਸ ਦੇ ਇਹ ਪੁੱਛਦੇ ਹੀ ਮੈਨੂੰ ਗੁੱਸਾ ਆ ਗਿਆ। ਮੈਂ ਉਸ ਨੂੰ ਕਿਹਾ ਕਿ ਤੁਸੀਂ ਕਿਵੇਂ ਦੀਆਂ ਗੱਲਾਂ ਕਰਦੇ ਹੋ? ਮੈਂ ਪਹਿਲਾਂ ਤੁਹਾਡੇ ਨਾਲ ਨਾਰਾਜ਼ ਕਿਉਂ ਹੋਵਾਂਗੀ? ਨਾਰਾਜ਼ ਤਾਂ ਉਸੇ ਨਾਲ ਹੋਇਆ ਜਾਂਦਾ ਹੈ ਜਿਸ ਨਾਲ ਕੋਈ ਰਿਸ਼ਤਾ ਹੋਵੇ। ਮੇਰਾ ਤਾਂ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਹੈ। ਮੇਰੀ ਗੱਲ ਸੁਣ ਕੇ ਰਮੇਸ਼ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ। ਮੇਰੀ ਮਾਂ ਨੇ ਮੈਨੂੰ ਘੂਰਦੇ ਹੋਏ ਕਿਹਾ ਕਿ ਮਾਨਸੀ, ਇਹ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ ਤੂੰ? ਰਮੇਸ਼ ਨੇ ਮਾਂ ਨੂੰ ਰੋਕਦੇ ਹੋਏ ਕਿਹਾ ਕਿ ਰਹਿਣ ਦਿਓ, ਕੋਈ ਗੱਲ ਨਹੀਂ, ਬੱਚੀ ਹੈ, ਹੌਲੀ ਹੌਲੀ ਸਭ ਠੀਕ ਹੋ ਜਾਵੇਗਾ। ਕੁਝ ਦੇਰ ਬਾਅਦ ਮੈਂ ਆਪਣੇ ਕਮਰੇ ਵਿੱਚ ਵਾਪਸ ਆ ਗਈ। ਮੈਨੂੰ ਆਪਣੇ ਹੀ ਘਰ ਵਿੱਚ ਅਜੀਬ ਜਿਹਾ ਲੱਗ ਰਿਹਾ ਸੀ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰੀ ਜ਼ਿੰਦਗੀ ਵਿੱਚ ਅਜਿਹਾ ਦਿਨ ਵੀ ਆਵੇਗਾ ਕਿ ਮੈਨੂੰ ਆਪਣਾ ਹੀ ਘਰ ਖਾਣ ਨੂੰ ਪਵੇਗਾ। ਥੋੜ੍ਹੇ ਦਿਨਾਂ ਵਿੱਚ ਹੀ ਮੇਰਾ ਗ੍ਰੈਜੂਏਸ਼ਨ ਵੀ ਕੰਪਲੀਟ ਹੋਣ ਵਾਲਾ ਸੀ। ਮੈਂ ਹੁਣ ਸੋਚਦੀ ਕਿ ਮੈਂ ਘਰ ਪਰ ਰਹਿ ਕੇ ਕੀ ਕਰਾਂਗੀ। ਇਸ ਲਈ ਗ੍ਰੈਜੂਏਸ਼ਨ ਪੂਰੇ ਹੁੰਦੇ ਹੀ ਮੈਂ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਣ ਲੱਗ ਪਈ, ਕਿਉਂਕਿ ਮੈਂ ਚਾਹੁੰਦੀ ਸੀ ਕਿ ਮੈਂ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਾਹਰ ਹੀ ਬਿਤਾਵਾਂ, ਕਿਉਂਕਿ ਮੈਂ ਰਮੇਸ਼ ਦੇ ਸਾਹਮਣੇ ਜ਼ਿਆਦਾ ਨਹੀਂ ਆਉਣਾ ਚਾਹੁੰਦੀ ਸੀ। ਇਸ ਲਈ ਸਕੂਲ ਦੇ ਆਉਣ ਤੋਂ ਬਾਅਦ ਮੈਂ ਸਿੱਧਾ ਆਪਣੇ ਕਮਰੇ ਵਿੱਚ ਹੀ ਚਲੀ ਜਾਂਦੀ, ਭਾਵੇਂ ਕਿ ਅਜੇ ਤੱਕ ਐਸੀ ਵੈਸੀ ਕੋਈ ਗੱਲ ਨਹੀਂ ਹੋਈ ਸੀ ਜਿਸ ਤੋਂ ਕਿ ਮੈਂ ਰਮੇਸ਼ ਦੀ ਨੀਅਤ ਦਾ ਪਤਾ ਲਗਾ ਸਕਾਂ। ਪਰ ਪਤਾ ਨਹੀਂ ਕਿਉਂ ਮੈਂ ਜਦ ਵੀ ਉਸਦੇ ਸਾਹਮਣੇ ਜਾਂਦੀ ਸੀ ਤਾਂ ਮੈਨੂੰ ਅਜੀਬ ਜਿਹਾ ਲੱਗਦਾ ਸੀ। ਰਮੇਸ਼ ਨਾਲ ਵਿਆਹ ਕਰਾਉਣ ਤੋਂ ਬਾਅਦ ਮੇਰੀ ਮਾਂ ਪਹਿਲਾਂ ਨਾਲੋਂ ਜ਼ਿਆਦਾ ਖੁਸ਼ ਰਹਿਣ ਲੱਗੀ ਸੀ। ਉਸਨੇ ਮੈਨੂੰ ਮੇਰੇ ਹਾਲ 'ਤੇ ਛੱਡ ਦਿੱਤਾ ਸੀ। ਮੇਰੇ ਦਿਨ ਐਵੇਂ ਹੀ ਗੁਜ਼ਰ ਰਹੇ ਸਨ, ਪਰ ਇੱਕ ਦਿਨ ਅਜੀਬ ਜਿਹੀ ਗੱਲ ਹੋਈ। ਮੈਂ ਇਹ ਨਹੀਂ ਕਹਿ ਸਕਦੀ ਕਿ ਮਾਂ ਨੇ ਜਾਣਬੁੱਝ ਕੇ ਕੀਤਾ ਸੀ ਜਾਂ ਫਿਰ ਉਹ ਇਤਫਾਕ ਨਾਲ ਘਰ ਤੋਂ ਬਾਹਰ ਸੀ। ਨਹੀਂ ਤਾਂ ਹੁਣ ਤੱਕ ਮਾਂ ਨੇ ਮੈਨੂੰ ਕਦੇ ਰਮੇਸ਼ ਨਾਲ ਇਕੱਲਾ ਘਰ 'ਤੇ ਨਹੀਂ ਛੱਡਿਆ ਸੀ। ਪਰ ਉਸ ਸ਼ਾਮ ਨੂੰ ਮਾਂ ਘਰ ਪਰ ਨਹੀਂ ਸੀ ਤੇ ਮੈਂ ਆਪਣੇ ਕਮਰੇ ਵਿੱਚ ਸੀ। ਦਰਵਾਜ਼ੇ 'ਤੇ ਹੋਣ ਵਾਲੀ ਦਸਤਕ ਨੇ ਮੈਨੂੰ ਚੌਂਕਾ ਦਿੱਤਾ ਸੀ। ਜਦ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਰਮੇਸ਼ ਖੜਾ ਸੀ। ਉਸਨੇ ਮੈਨੂੰ ਪੁੱਛਿਆ ਕਿ ਤੇਰੀ ਮਾਂ ਕਿੱਥੇ ਹੈ? ਮੈਂ ਉਸ ਨੂੰ ਕਿਹਾ ਕਿ ਮੈਨੂੰ ਨਹੀਂ ਪਤਾ, ਮਾਂ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਗਈ ਹੋਵੇਗੀ। ਰਮੇਸ਼ ਨੇ ਕਿਹਾ ਕਿ ਤੂੰ ਮੇਰੇ ਲਈ ਇੱਕ ਕੱਪ ਚਾਹ ਦਾ ਬਣਾ ਸਕਦੀ ਆਂ? ਪਹਿਲਾਂ ਮੈਂ ਸੋਚਿਆ ਕਿ ਦਰਵਾਜ਼ਾ ਬੰਦ ਕਰ ਲਵਾਂ, ਪਰ ਫਿਰ ਮੈਂ ਸੋਚਿਆ ਕਿ ਨਹੀਂ, ਇਹ ਗਲਤ ਹੋਵੇਗਾ। ਹੁਣ ਸਾਨੂੰ ਇੱਕ ਹੀ ਘਰ ਵਿੱਚ ਰਹਿਣਾ ਹੈ ਤਾਂ ਇਹ ਸਭ ਕਦ ਤੱਕ ਚੱਲੇਗਾ? ਮੈਂ ਰਮੇਸ਼ ਲਈ ਚਾਹ ਦਾ ਕੱਪ ਬਣਾਇਆ ਤੇ ਚਾਹ ਲੈ ਕੇ ਉਸਦੇ ਸਾਹਮਣੇ ਚਲੀ ਗਈ। ਉਸਨੇ ਮੁਸਕਰਾਉਂਦੇ ਹੋਏ ਮੇਰਾ ਸ਼ੁਕਰੀਆ ਅਦਾ ਕੀਤਾ। ਮੈਂ ਚਾਹ ਰੱਖ ਕੇ ਆਪਣੇ ਕਮਰੇ ਵਿੱਚ ਜਾਣ ਲੱਗੀ ਤਾਂ ਉਸਨੇ ਮੈਨੂੰ ਰੋਕ ਲਿਆ। ਉਸਨੇ ਕਿਹਾ, ਮਾਨਸੀ ਰੁਕੋ। ਮੈਂ ਆਪਣੇ ਕਦਮ ਉੱਥੇ ਹੀ ਰੋਕ ਲਏ ਤੇ ਪੁੱਛਿਆ, ਦੱਸੋ ਕੀ ਗੱਲ ਹੈ? ਉਸਨੇ ਮੈਨੂੰ ਕਿਹਾ ਕਿ ਤੂੰ ਮੇਰੇ ਨਾਲ ਨਾਰਾਜ਼ ਕਿਉਂ ਰਹਿੰਦੀ ਆਂ? ਮੈਂ ਕਿਹਾ, ਨਹੀਂ, ਅਜਿਹੀ ਕੋਈ ਗੱਲ ਨਹੀਂ, ਇਹ ਤਾਂ ਮੇਰੀ ਆਦਤ ਹੈ, ਮੈਨੂੰ ਤਨਹਾਈ ਜ਼ਿਆਦਾ ਪਸੰਦ ਹੈ। ਉਸਨੇ ਕਿਹਾ, 2 ਮਿੰਟ ਤਾਂ ਮੇਰੇ ਕੋਲ ਬੈਠ ਜਾ, ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ। ਉਸਨੇ ਸਾਹਮਣੇ ਪਈ ਕੁਰਸੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ। ਮੈਂ ਉਸ ਕੁਰਸੀ 'ਤੇ ਬੈਠ ਗਈ। ਪਹਿਲਾਂ ਤਾਂ ਉਹ ਕੁਝ ਦੇਰ ਮੇਰੇ ਵੱਲ ਦੇਖਦਾ ਰਿਹਾ ਤੇ ਫਿਰ ਬੋਲਿਆ, ਦੇਖ ਮਾਨਸੀ, ਮੈਨੂੰ ਪਤਾ ਹੈ ਤੇਰਾ ਗੁੱਸਾ ਹੋਣਾ ਸੁਭਾਵਿਕ ਹੈ,
ਕਿਉਂਕਿ ਤੂੰ ਨਹੀਂ ਚਾਹੁੰਦੀ ਸੀ ਕਿ ਤੇਰੀ ਮਾਂ ਦੂਜਾ ਵਿਆਹ ਕਰੇ, ਪਰ ਤੂੰ ਆਪਣੇ ਆਪ ਨੂੰ ਉਹਨਾਂ ਦੀ ਜਗ੍ਹਾ 'ਤੇ ਰੱਖ ਕੇ ਸੋਚ, ਉਸਨੇ ਕੋਈ ਗਲਤ ਕੰਮ ਨਹੀਂ ਕੀਤਾ ਹੈ। ਤੇ ਰਹੀ ਗੱਲ ਮੇਰੀ, ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਤੂੰ ਮੈਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖ ਰਹੀ ਆਂ। ਮਾਨਸੀ, ਮੈਂ ਤੇਰੀਆਂ ਨਜ਼ਰਾਂ ਵਿੱਚ ਭਾਵੇਂ ਕਿਹੋ ਜਿਹਾ ਵੀ ਹੋਵਾਂ, ਪਰ ਮੈਂ ਤੇਰੇ ਲਈ ਕਦੇ ਗਲਤ ਨਹੀਂ ਹੋ ਸਕਦਾ। ਮੇਰੇ ਤੇ ਤੇਰੇ ਵਿੱਚ ਭਾਵੇਂ ਨਾਮ ਦਾ ਹੀ ਸਹੀ, ਪਰ ਇੱਕ ਰਿਸ਼ਤਾ ਤਾਂ ਹੈ, ਤਾਂ ਫਿਰ ਕਿਸ ਗੱਲ ਦੀ ਨਾਰਾਜ਼ਗੀ? ਮੈਂ ਕਿਹਾ, ਦੇਖੋ, ਮੈਂ ਨਾ ਤਾਂ ਤੁਹਾਡੇ ਨਾਲ ਕੋਈ ਰਿਸ਼ਤਾ ਰੱਖਣਾ ਹੈ ਤੇ ਨਾ ਹੀ ਮੈਨੂੰ ਤੁਹਾਡੇ ਨਾਲ ਕੋਈ ਨਾਰਾਜ਼ਗੀ ਹੈ। ਤੁਹਾਡਾ ਰਿਸ਼ਤਾ ਮੇਰੀ ਮਾਂ ਨਾਲ ਹੈ, ਮੇਰੇ ਨਾਲ ਨਹੀਂ। ਇਹ ਕਹਿ ਕੇ ਮੈਂ ਉੱਥੋਂ ਆਪਣੇ ਕਮਰੇ ਵਿੱਚ ਆ ਗਈ। ਇੱਕ ਦਿਨ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਮਾਨਸੀ, ਰਮੇਸ਼ ਨੇ ਤੇਰੇ ਲਈ ਰਿਸ਼ਤਾ ਦੇਖਿਆ ਹੈ। ਮੈਂ ਗੁੱਸੇ ਵਿੱਚ ਮਾਂ ਨੂੰ ਕਿਹਾ ਕਿ ਮੈਂ ਉਸਦੇ ਹੱਥ ਦਾ ਰਿਸ਼ਤਾ ਨਹੀਂ ਲੈਣਾ। ਜਦ ਮੈਂ ਵਿਆਹ ਕਰਵਾਉਣਾ ਹੋਵੇਗਾ ਤਾਂ ਮੈਂ ਖੁਦ ਰਿਸ਼ਤਾ ਲੱਭ ਕੇ ਵਿਆਹ ਕਰਵਾ ਲਵਾਂਗੀ। ਤੁਹਾਨੂੰ ਮੇਰੇ ਵਿਆਹ ਦੀ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਸ ਦਿਨ ਤੋਂ ਬਾਅਦ ਮਾਂ ਨੇ ਮੇਰੇ ਵਿਆਹ ਦੀ ਗੱਲ ਮੇਰੇ ਨਾਲ ਦੁਬਾਰਾ ਨਹੀਂ ਕੀਤੀ। ਭਾਵੇਂ ਰਮੇਸ਼ ਮੇਰੀ ਮਾਂ ਦਾ ਦੂਸਰਾ ਪਤੀ ਸੀ, ਪਰ ਉਸਦੇ ਦੱਸੇ ਮੁੰਡੇ ਨਾਲ ਵਿਆਹ ਮੈਂ ਹਰਗਿਜ਼ ਨਹੀਂ ਕਰਵਾਉਣਾ ਸੀ। ਮੈਨੂੰ ਪਤਾ ਸੀ ਕਿ ਸ਼ਾਇਦ ਇਹ ਰਮੇਸ਼ ਦੀ ਕੋਈ ਚਾਲ ਹੋਵੇਗੀ। ਰਮੇਸ਼ ਵਰਗੇ ਲੋਕਾਂ ਤੋਂ ਮੈਂ ਚੰਗੀ ਤਰ੍ਹਾਂ ਵਾਕਫ ਸੀ, ਇਸ ਲਈ ਮੈਂ ਹੁਣ ਹਰ ਕਦਮ ਸੰਭਲ ਕੇ ਰੱਖਣਾ ਸੀ। ਪਰ ਮੈਂ ਇਸ ਤਰ੍ਹਾਂ ਦੇ ਮਾਹੌਲ ਵਿੱਚ ਕਦ ਤੱਕ ਰਹਿ ਸਕਦੀ ਸੀ? ਮੈਨੂੰ ਵਿਆਹ ਤਾਂ ਕਰਵਾਉਣਾ ਹੀ ਸੀ, ਉਹ ਵੀ ਬਹੁਤ ਜਲਦ। ਮੈਂ ਹੁਣ ਇਹ ਗੱਲ ਸੋਚਦੀ ਰਹਿੰਦੀ ਕਿ ਮੈਂ ਵਿਆਹ ਕਰਵਾਵਾਂ ਤਾਂ ਆਖਰ ਕਰਵਾਵਾਂ ਕਿਸ ਨਾਲ? ਮੇਰਾ ਕੋਈ ਬॉयਫ੍ਰੈਂਡ ਵੀ ਤਾਂ ਨਹੀਂ ਸੀ। ਮੈਂ ਇਸੀ ਸੋਚ ਵਿੱਚ ਸੀ ਕਿ ਅਖੀਰ ਮੈਨੂੰ ਕੋਈ ਮਿਲ ਹੀ ਗਿਆ। ਜਿਸ ਸਕੂਲ ਵਿੱਚ ਮੈਂ ਪੜ੍ਹਾਉਂਦੀ ਸੀ, ਉਸੇ ਸਕੂਲ ਵਿੱਚ ਇੱਕ ਲੜਕਾ ਆਇਆ ਸੀ। ਉਹ ਵੀ ਮੇਰੀ ਤਰ੍ਹਾਂ ਟੀਚਰ ਹੀ ਸੀ। ਉਹ ਦੇਖਣ ਵਿੱਚ ਬਹੁਤ ਹੀ ਸੋਹਣਾ ਸੀ। ਉਸ ਦਾ ਨਾਮ ਰੋਹਨ ਸੀ। ਹੌਲੀ-ਹੌਲੀ ਮੈਂ ਰੋਹਨ ਨੂੰ ਪਸੰਦ ਕਰਨ ਲੱਗੀ ਸੀ ਤੇ ਸ਼ਾਇਦ ਉਹ ਵੀ ਮੈਨੂੰ ਪਸੰਦ ਕਰਨ ਲੱਗਿਆ ਸੀ। ਹੌਲੀ-ਹੌਲੀ ਸਾਡੀ ਦੋਨਾਂ ਦੀ ਦੋਸਤੀ ਹੋ ਗਈ ਤੇ ਫਿਰ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਪਿਆਰ ਤੋਂ ਬਾਅਦ ਗੱਲ ਵਿਆਹ ਤੱਕ ਪਹੁੰਚ ਗਈ। ਪਰ ਮੈਂ ਰੋਹਨ ਤੋਂ ਕੁਝ ਵੀ ਲੁਕਾਉਣਾ ਨਹੀਂ ਚਾਹੁੰਦੀ ਸੀ। ਮੈਂ ਉਸਨੂੰ ਆਪਣੇ ਘਰ ਦੇ ਹਾਲਾਤਾਂ ਬਾਰੇ ਸਭ ਕੁਝ ਦੱਸ ਦੇਣਾ ਚਾਹੁੰਦੀ ਸੀ, ਕਿਉਂਕਿ ਰੋਹਨ ਇੱਕ ਬਹੁਤ ਚੰਗੇ ਇਨਸਾਨ ਸੀ ਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਬਾਰੇ ਉਹਨਾਂ ਨੂੰ ਬਾਅਦ ਵਿੱਚ ਪਤਾ ਚੱਲੇ ਤੇ ਉਹਨਾਂ ਦੇ ਦਿਲ ਨੂੰ ਦੁੱਖ ਪਹੁੰਚੇ। ਇਸ ਲਈ ਮੈਂ ਹੀ ਉਸ ਨੂੰ ਇੱਕ ਦਿਨ ਦੱਸ ਦਿੱਤਾ ਕਿ ਤੁਸੀਂ ਮੇਰੇ ਬੈਕਗਰਾਉਂਡ ਬਾਰੇ ਜਾਣਦੇ ਹੋ, ਮੇਰੇ ਘਰ ਦੇ ਕੀ ਹਾਲਾਤ ਹਨ, ਮੈਂ ਕਿਸ ਦੀ ਬੇਟੀ ਹਾਂ ਤੇ ਕਿੱਥੇ ਰਹਿੰਦੀ ਹਾਂ ਤੇ ਮੇਰਾ ਖਾਨਦਾਨ ਕੀ ਹੈ। ਇਸ ਗੱਲ ਤੇ ਰੋਹਨ ਨੇ ਕਿਹਾ ਕਿ ਮੈਂ ਬਸ ਤੈਨੂੰ ਜਾਣਦਾ ਹਾਂ, ਮੈਨੂੰ ਤੇਰੇ ਬੈਕਗਰਾਉਂਡ ਨਾਲ ਕੋਈ ਮਤਲਬ ਨਹੀਂ। ਮੈਂ ਕਿਹਾ, ਰੋਹਨ, ਫਿਰ ਵੀ ਤੁਹਾਨੂੰ ਮੇਰੇ ਬਾਰੇ ਜਾਣਨ ਦਾ ਪੂਰਾ ਹੱਕ ਹੈ। ਮੈਂ ਨਹੀਂ ਚਾਹੁੰਦੀ ਕਿ ਮੇਰੇ ਬਾਰੇ ਕੋਈ ਵੀ ਗੱਲ ਤੁਹਾਨੂੰ ਬਾਅਦ ਵਿੱਚ ਪਤਾ ਚੱਲੇ ਤੇ ਤੁਹਾਡੇ ਦਿਲ ਨੂੰ ਦੁੱਖ ਹੋਵੇ। ਫਿਰ ਰੋਹਨ ਨੇ ਮੈਨੂੰ ਕਿਹਾ ਕਿ ਠੀਕ ਹੈ, ਜੇ ਤੂੰ ਦੱਸਣਾ ਚਾਹੁੰਦੀ ਹਾਂ ਤਾਂ ਦੱਸ ਦੇ। ਮੈਂ ਰੋਹਨ ਨੂੰ ਆਪਣੀ ਮਾਂ ਦੇ ਦੂਜੇ ਵਿਆਹ ਤੇ ਰਮੇਸ਼ ਦੇ ਵਰਤਾਓ ਬਾਰੇ ਸਭ ਕੁਝ ਦੱਸ ਦਿੱਤਾ ਸੀ। ਇਹ ਜਾਣਨ ਤੋਂ ਬਾਅਦ ਰੋਹਨ ਦੇ ਰਵੱਈਏ ਵਿੱਚ ਕੋਈ ਫਰਕ ਨਹੀਂ ਆਇਆ। ਸਗੋਂ ਰੋਹਨ ਨੇ ਮੈਨੂੰ ਸਮਝਾਇਆ ਕਿ ਕੀ ਹੋਇਆ ਜੇ ਤੇਰੀ ਮਾਂ ਨੇ ਦੂਜਾ ਵਿਆਹ ਕਰਵਾ ਲਿਆ? ਉਸਨੇ ਕੋਈ ਗੁਨਾਹ ਤਾਂ ਨਹੀਂ ਕਰ ਦਿੱਤਾ? ਤੂੰ ਖੁਦ ਨੂੰ ਉਹਨਾਂ ਦੀ ਜਗ੍ਹਾ 'ਤੇ ਰੱਖ ਕੇ ਸੋਚ। ਮੈਂ ਰੋਹਨ ਨੂੰ ਕਿਹਾ ਕਿ ਮੈਨੂੰ ਮੇਰੀ ਮਾਂ ਦੇ ਦੂਜੇ ਵਿਆਹ ਤੋਂ ਕੋਈ ਪ੍ਰੋਬਲਮ ਨਹੀਂ ਹੈ। ਪ੍ਰੋਬਲਮ ਹੈ ਤਾਂ ਉਸ ਰਮੇਸ਼ ਤੋਂ। ਪਤਾ ਨਹੀਂ ਕਿਉਂ ਮੈਂ ਜਦ ਵੀ ਉਸਦੇ ਸਾਹਮਣੇ ਜਾਂਦੀ ਹਾਂ ਤਾਂ ਉਹ ਮੈਨੂੰ ਘੂਰਦੇ ਹੋਏ ਦੇਖਦਾ ਹੈ। ਰੋਹਨ ਨੇ ਕਿਹਾ, ਮਾਨਸੀ, ਤੂੰ ਕੁਝ ਜ਼ਿਆਦਾ ਹੀ ਸੋਚਦੀ ਐਂ। ਤੇਰਾ ਦੇਖਣ ਦਾ ਨਜ਼ਰੀਆ ਗਲਤ ਹੈ। ਬਸ ਤੂੰ ਆਪਣਾ ਨਜ਼ਰੀਆ ਬਦਲ, ਸਭ ਕੁਝ ਠੀਕ ਹੋ ਜਾਵੇਗਾ। ਰੋਹਨ ਨੇ ਮੈਨੂੰ ਬਹੁਤ ਸਮਝਾਇਆ ਤੇ ਕਿਹਾ ਕਿ ਤੂੰ ਮੈਨੂੰ ਹਰ ਹਾਲ ਵਿੱਚ ਪਸੰਦ ਆ। ਮੈਂ ਕੁਝ ਦਿਨਾਂ ਵਿੱਚ ਹੀ ਆਪਣੇ ਘਰ ਵਾਲਿਆਂ ਨੂੰ ਤੇਰੇ ਘਰ ਰਿਸ਼ਤਾ ਲੈ ਕੇ ਭੇਜਦਾ ਹਾਂ। ਮੈਂ ਰੋਹਨ ਨੂੰ ਕਿਹਾ ਕਿ ਰੋਹਨ, ਤੇਰੇ ਘਰ ਦੇ ਮੇਰੇ ਬਾਰੇ ਸਭ ਕੁਝ ਜਾਣਨ ਤੋਂ ਬਾਅਦ ਕੀ ਤੇਰਾ ਵਿਆਹ ਮੇਰੇ ਨਾਲ ਕਰਨ ਨੂੰ ਤਿਆਰ ਹੋਣਗੇ? ਉਸਨੇ ਕਿਹਾ, ਇਹ ਤੂੰ ਮੇਰੇ ਤੇ ਛੱਡ ਦੇ। ਕੁਝ ਦਿਨਾਂ ਬਾਅਦ ਉਸਨੇ ਆਪਣੇ ਘਰ ਵਾਲਿਆਂ ਨੂੰ ਮੇਰੇ ਘਰ ਭੇਜ ਦਿੱਤਾ। ਰੋਹਨ ਤੇ ਉਸਦੇ ਘਰ ਵਾਲਿਆਂ ਨੂੰ ਦੇਖ ਕੇ ਮੇਰੀ ਮਾਂ ਬਹੁਤ ਖੁਸ਼ ਹੋਈ। ਕੁਝ ਹੀ ਦਿਨਾਂ ਵਿੱਚ ਮੇਰੀ ਤੇ ਰੋਹਨ ਦੀ ਮੰਗਣੀ ਵੀ ਹੋ ਗਈ ਤੇ ਮੰਗਣੀ ਤੋਂ ਕੁਝ ਦਿਨਾਂ ਬਾਅਦ ਸਾਡਾ ਵਿਆਹ ਵੀ ਹੋ ਗਿਆ। ਮੈਂ ਰੋਹਨ ਦੇ ਘਰ ਦੁਲਹਨ ਬਣ ਕੇ ਆ ਗਈ ਸੀ। ਰੋਹਨ ਦੇ ਘਰ ਆਉਣ ਤੋਂ ਬਾਅਦ ਮੈਂ ਹੁਣ ਚੈਨ ਦਾ ਸਾਹ ਲਿਆ ਸੀ, ਕਿਉਂਕਿ ਰਮੇਸ਼ ਵਰਗੇ ਇਨਸਾਨ ਦੇ ਜੰਗਲ ਤੋਂ ਮੈਨੂੰ ਛੁਟਕਾਰਾ ਜੋ ਮਿਲ ਗਿਆ ਸੀ। ਮੇਰੇ ਸਸੁਰਾਲ ਵਾਲੇ ਬਹੁਤ ਚੰਗੇ ਸਨ। ਰੋਹਨ ਦੇ ਘਰ ਵਾਲਿਆਂ ਦਾ ਇੱਕ ਵੱਡਾ ਬਿਜ਼ਨਸ ਸੀ, ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਸੀ ਕਿ ਰੋਹਨ ਦੇ ਘਰ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਉਹ ਇੱਕ ਪ੍ਰਾਈਵੇਟ ਸਕੂਲ ਵਿੱਚ ਟੀਚਰ ਕਿਉਂ ਲੱਗਿਆ ਸੀ।
ਮੈਂ ਇਸ ਬਾਰੇ ਰੋਹਨ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਸਮਾਂ ਆਉਣ ਤੇ ਤੈਨੂੰ ਸਭ ਕੁਝ ਪਤਾ ਚੱਲ ਜਾਵੇਗਾ। ਪੱਗ ਫੇਰਿਆਂ ਦੀ ਰਸਮ ਲਈ ਮੈਂ ਆਪਣੇ ਪੇਕੇ ਜਾਣਾ ਸੀ, ਪਰ ਪਤਾ ਨਹੀਂ ਕਿਉਂ ਮੇਰਾ ਬਿਲਕੁਲ ਮਨ ਨਹੀਂ ਸੀ। ਮੇਰੀ ਮਾਂ ਦੇ ਸਵੈ ਹੋਰ ਉੱਥੇ ਹੈ ਵੀ ਕੌਣ ਸੀ ਮੇਰਾ, ਇਸ ਲਈ ਮੈਂ ਰੋਹਨ ਨੂੰ ਕਹਿ ਦਿੱਤਾ ਕਿ ਮੈਂ ਨਹੀਂ ਜਾਣਾ, ਮਾਂ ਨੂੰ ਹੀ ਕਿਸੇ ਦਿਨ ਇੱਥੇ ਬੁਲਾ ਲਵਾਂਗੇ। ਰੋਹਨ ਨੇ ਮੈਨੂੰ ਸਮਝਾਇਆ ਕਿ ਨਹੀਂ, ਇਹ ਇੱਕ ਰਸਮ ਹੁੰਦੀ ਹੈ, ਹਰ ਲੜਕੀ ਜਾਂਦੀ ਹੈ ਤੇ ਤੈਨੂੰ ਵੀ ਜਾਣਾ ਹੋਵੇਗਾ। ਠੀਕ ਹੈ, ਮੈਂ ਵੀ ਤੇਰੇ ਨਾਲ ਚੱਲਦਾ ਹਾਂ। ਫਿਰ ਰੋਹਨ ਵੀ ਸਾਡੇ ਨਾਲ ਮੇਰੇ ਪੇਕੇ ਆ ਗਏ। ਮੇਰੀ ਮਾਂ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ। ਮੈਂ ਵੀ ਆਪਣੀ ਮਾਂ ਦੇ ਗਲੇ ਲੱਗ ਗਈ, ਪਰ ਮੈਂ ਰਮੇਸ਼ ਨਾਲ ਗੱਲ ਵੀ ਨਹੀਂ ਕੀਤੀ। ਰਿਸ਼ਤੇ ਵਿੱਚ ਰਮੇਸ਼ ਮੇਰਾ ਸੁਤੇਲਾ ਬਾਪ ਲੱਗਦਾ ਸੀ, ਪਰ ਮੈਂ ਉਸ ਨੂੰ ਕੁਝ ਨਹੀਂ ਮੰਨਦੀ ਸੀ। ਮੈਂ ਤਾਂ ਉਸ ਨੂੰ ਨਫ਼ਰਤ ਕਰਦੀ ਸੀ। ਕੁਝ ਦੇਰ ਰੁਕਣ ਤੋਂ ਬਾਅਦ ਮੈਂ ਮਾਂ ਨੂੰ ਕਿਹਾ ਕਿ ਮਾਂ, ਮੈਂ ਹੁਣ ਚੱਲਦੀ ਹਾਂ। ਤਦੇ ਰਮੇਸ਼ ਨੇ ਮੈਨੂੰ ਰੋਕਦੇ ਹੋਏ ਕਿਹਾ ਕਿ ਮਾਨਸੀ ਰੁਕੋ, ਮੈਂ ਤੈਨੂੰ ਇੱਕ ਗੱਲ ਪੁੱਛਣੀ ਹੈ। ਮੈਂ ਕਿਹਾ ਹਾਂ ਪੁੱਛੋ। ਤਾਂ ਉਸਨੇ ਮੈਨੂੰ ਪੁੱਛਿਆ ਕਿ ਕੀ ਤੂੰ ਰੋਹਨ ਦੇ ਨਾਲ ਖੁਸ਼ ਹਾਂ। ਮੈਂ ਬਹੁਤ ਰੋਹਬ ਨਾਲ ਕਿਹਾ ਕਿ ਹਾਂ, ਮੈਂ ਬਹੁਤ ਖੁਸ਼ ਹਾਂ। ਰਮੇਸ਼ ਨੇ ਕਿਹਾ ਮਾਨਸੀ, ਇਹੀ ਖੁਸ਼ੀ ਤਾਂ ਮੈਂ ਤੈਨੂੰ ਦੇਣਾ ਚਾਹੁੰਦਾ ਸੀ। ਮੈਂ ਹੈਰਾਨੀ ਨਾਲ ਉਸ ਵੱਲ ਦੇਖਿਆ ਤਾਂ ਰਮੇਸ਼ ਨੇ ਕਿਹਾ, ਹਾਂ ਮਾਨਸੀ, ਇਹੀ ਉਹ ਰਿਸ਼ਤਾ ਹੈ ਜਿਹੜਾ ਮੈਂ ਇੱਕ ਵਾਰ ਤੇਰੇ ਲਈ ਲੈ ਕੇ ਆਇਆ ਸੀ ਤੇ ਤੇਰੀ ਮਾਂ ਨੇ ਤੈਨੂੰ ਦੱਸਿਆ ਸੀ। ਰੋਹਨ ਮੇਰੇ ਦੋਸਤ ਦਾ ਭਾਈ ਹੈ ਤੇ ਇਹੀ ਰਿਸ਼ਤਾ ਮੈਂ ਤੇਰੇ ਲਈ ਲੱਭਿਆ ਸੀ, ਤੇ ਜਦ ਤੂੰ ਮੇਰੇ ਦੱਸੇ ਹੋਏ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਤਾਂ ਅਸੀਂ ਇੱਕ ਪਲਾਨ ਬਣਾਇਆ ਤੇ ਰੋਹਨ ਨੂੰ ਤੇਰੇ ਸਕੂਲ ਵਿੱਚ ਪੜ੍ਹਾਉਣ ਲਈ ਭੇਜਿਆ। ਰੋਹਨ ਨੇ ਤੈਨੂੰ ਪਹਿਲਾਂ ਕਿਤੇ ਦੇਖਿਆ ਸੀ ਤੇ ਉਹ ਤੈਨੂੰ ਪਸੰਦ ਕਰਨ ਲੱਗਿਆ ਸੀ। ਮੈਨੂੰ ਪਤਾ ਸੀ ਕਿ ਤੂੰ ਮੇਰਾ ਦੱਸਿਆ ਹੋਇਆ ਰਿਸ਼ਤਾ ਨਹੀਂ ਅਪਣਾਵੇਂਗੀ। ਮਾਨਸੀ, ਮੈਂ ਤੇਰਾ ਸੁਤੇਲਾ ਹੀ ਸਹੀ, ਪਰ ਹੈ ਤਾਂ ਤੇਰਾ ਬਾਪ ਹੀ। ਮੈਨੂੰ ਇਹ ਵੀ ਪਤਾ ਹੈ ਕਿ ਤੂੰ ਮੈਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦੀ ਐ। ਮਾਨਸੀ, ਤੇਰਾ ਸੋਚਣਾ ਵੀ ਗਲਤ ਨਹੀਂ ਸੀ, ਪਰ ਇੱਕ ਗੱਲ ਜਾਣ ਲੈ ਕਿ ਸਾਰੇ ਇਨਸਾਨ ਇੱਕੋ ਜਿਹੇ ਨਹੀਂ ਹੁੰਦੇ। ਇਸ ਦੁਨੀਆ ਤੇ ਅੱਜ ਵੀ ਇਨਸਾਨੀਅਤ ਹੈ। ਸਾਰੇ ਸੌਤੇਲੇ ਬਾਪ ਖਰਾਬ ਨਹੀਂ ਹੁੰਦੇ। ਇਹ ਸਭ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਏ। ਰਮੇਸ਼ ਨੇ ਪਿਆਰ ਨਾਲ ਮੇਰੇ ਸਿਰ ਤੇ ਹੱਥ ਰੱਖਿਆ। ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ। ਸਸੁਰਾਲ ਦੀ ਤਰਫ ਤੋਂ ਤਾਂ ਮੈਂ ਪਹਿਲਾਂ ਹੀ ਖੁਸ਼ ਸੀ ਤੇ ਹੁਣ ਮੈਂ ਆਪਣੇ ਪੇਕਿਆਂ ਵੱਲੋਂ ਵੀ ਖੁਸ਼ ਹਾਂ। ਹੁਣ ਮੈਂ ਰਮੇਸ਼ ਨੂੰ ਰਮੇਸ਼ ਨਹੀਂ ਸਗੋਂ ਪਾਪਾ ਕਹਿ ਕੇ ਬੁਲਾਉਂਦੀ ਹਾਂ। ਦੋਸਤੋ, ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ। ਧੰਨਵਾਦ ਜੀ।